ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰੀ ਪੈਂਤੜੇ ਬਾਰੇ। ਸਿੱਧੀ ਪਟੜੀ ਟੇਢੀ ਚਾਲ। ਸਾਡੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਆਤਿਸ਼ ਤੁਹਾਡੀ। ਚਰਨਜੀਤ ਜੀ, ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਸੰਘਰਸ਼ ਜਿਹੜਾ ਹੈਗਾ ਨਿੱਤ ਨਵਾਂ ਰੂਪ ਧਾਰਦਾ ਰਿਹਾ। ਇਹ ਸੰਘਰਸ਼ ਪੰਜਾਬ ਦੇ ਪਿੰਡਾਂ ਤੋਂ ਸ਼ੁਰੂ ਹੋ ਕੇ ਕੌਮੀ ਪੱਧਰ ਤੱਕ ਪਹੁੰਚ ਚੁੱਕਿਆ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਰੇਲ ਪਟੜੀਆਂ ਵੀ ਰੋਕੀਆਂ ਗਈਆਂ, ਸੂਬੇ ਦੀਆਂ ਦੇਸ਼ ਦੀਆਂ ਸੜਕਾਂ ਵੀ ਰੋਕੀਆਂ ਗਈਆਂ। ਪਰ ਹੁਣ ਇਹ ਸੰਘਰਸ਼ ਇੱਕ ਨਵਾਂ ਮੋੜ ਲੈ ਜਾ ਰਿਹਾ। ਕੇਂਦਰ ਸਰਕਾਰ ਨੇ ਪਹਿਲਾਂ ਤਾਂ ਮਾਲ ਗੱਡੀਆਂ ਚਲਾਉਣ ਲਈ ਰੇਲ ਪਟੜੀਆਂ ਜਿਹੜੀਆਂ ਖਾਲੀ ਕਰਵਾਉਣ ਦੀ ਮੰਗ ਕੀਤੀ ਅਤੇ ਹੁਣ ਉਹਨਾਂ ਨੇ ਮਾਲ ਗੱਡੀਆਂ ਦੇ ਨਾਲੋਂ ਨਾਲ ਮੁਸਾਫਰ ਗੱਡੀਆਂ ਚਲਾਉਣ ਦੀ ਜਿਹੜੀ ਮੰਗ ਕੀਤੀ ਹੈ। ਕੇਂਦਰ ਸਰਕਾਰ ਦੀ ਇਸ ਮੰਗ ਨੂੰ ਤੁਸੀਂ ਕਿੰਨਾ ਕੁ ਜਾਇਜ਼ ਮੰਨਦੇ ਹੋ, ਜਾਂ ਇਸ ਪਿੱਛੇ ਕੇਂਦਰ ਸਰਕਾਰ ਦਾ ਲੌਜਿਕ ਕਿੰਨਾ ਕੁ ਸਹੀ ਹੈ? ਆਤਿਸ਼, ਇਹ ਪੰਜਾਬੀ ਦਾ ਇੱਕ ਅਖਾਣ ਹੈ ਜੀ, ਗੱਡੇ ਨਾਲ ਕੱਟਾ ਬੰਨ੍ਹਣਾ। ਤਾਂ ਕੇਂਦਰ ਸਰਕਾਰ ਨੇ ਜਿਹੜਾ ਇਹ ਨਵਾਂ ਪੈਂਤੜਾ ਲਿਆ ਹੈਗਾ ਕਿ ਮਾਲ ਗੱਡੀਆਂ ਤੋਂ ਬਾਅਦ ਜਿਹੜੀਆਂ ਉਹਦੇ ਨਾਲ ਹੀ ਜਿਹੜੀ ਕਿਸਾਨ ਧਿਰਾਂ ਹੈ ਉਹ ਮੁਸਾਫਰ ਗੱਡੀਆਂ ਨੂੰ ਵੀ ਨਾਲ ਇਜਾਜ਼ਤ ਦੇਣ, ਤਾਂ ਉਹ ਫੈਸਲਾ ਵੀ ਜਿਹੜਾ ਕੁਛ ਇਸ ਅਖਾਣ ਦੇ ਨਾਲ ਹੀ ਮੇਲ ਖਾਂਦਾ ਹੈਗਾ। ਤਾਂ ਸਾਡੀ ਪੰਜਾਬ ਦੇ ਵਿੱਚ ਜਿਹੜਾ ਇਹ ਅੰਦੋਲਨ ਸ਼ੁਰੂ ਹੋਇਆ ਸੀ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਇਆ ਸੀ, ਅਤੇ 24 ਸਤੰਬਰ ਤੋਂ ਜਿਹੜੇ ਕਿਸਾਨ ਹੈ ਉਹ ਰੇਲ ਮਾਰਗਾਂ 'ਤੇ ਬੈਠੇ ਸੀ। ਤਾਂ ਸਾਡੇ ਕਿਸਾਨਾਂ ਦੀ ਡਿਮਾਂਡ ਸੀ ਕਿ ਜਿਹੜੇ ਖੇਤੀ ਕਾਨੂੰਨ ਸੈਂਟਰ ਨੇ ਬਣਾਏ ਹੈ ਉਹਨਾਂ ਨੂੰ ਵਾਪਸ ਲਿਆ ਜਾਵੇ। ਪਰ ਹੁਣ ਉਲਟਾ ਗੇੜ ਸ਼ੁਰੂ ਹੋ ਗਿਆ ਹੈਗਾ ਕਿ ਮੰਗ ਤਾਂ ਅਸੀਂ ਕੇਂਦਰ ਤੋਂ ਕਿਸਾਨ ਕਰ ਰਹੇ ਸੀ ਕਿ ਸਾਡੀ ਇਹ ਮੰਗ ਮੰਨੀ ਜਾਵੇ, ਉਲਟਾ ਅੱਜ ਘੜੀ ਇੱਥੇ ਆ ਕੇ ਖੜ੍ਹ ਗਈ ਹੈ ਕਿ ਸੈਂਟਰ ਸਾਨੂੰ ਕਹਿ ਰਿਹਾ ਹੈ ਕਿ ਮਾਲ ਗੱਡੀਆਂ ਤੋਂ ਇਲਾਵਾ ਹੁਣ ਸਾਨੂੰ ਜਿਹੜਾ ਮੁਸਾਫਰ ਗੱਡੀਆਂ ਨੇ ਉਹਨਾਂ ਨੂੰ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਸੈਂਟਰ ਦੇ ਇਸ ਰਵੱਈਏ ਤੋਂ ਜਿਹੜਾ ਕਾਫੀ ਕੁਛ ਜਿਹੜਾ ਐਕਸਪੋਜ਼ ਹੁੰਦਾ ਹੈਗਾ। ਕਿਸੇ ਹੱਦ ਤੱਕ ਪਹਿਲਾਂ ਇਹ ਚਰਚਾ ਚੱਲੀ ਸੀ ਕਿ ਜਦੋਂ ਰੇਲ ਮਾਰਗ ਖਾਲੀ ਕਰ ਦਿੱਤੇ ਸੀ ਤਾਂ ਇੱਕ ਕਿਸਾਨ ਧਿਰ ਨੇ ਜਿਹੜਾ 2 ਥਰਮਲਾਂ ਅੱਗੇ ਮਾਰਗ ਰੋਕੇ ਸੀਗੇ, ਤਾਂ ਸੈਂਟਰ ਨੇ ਇੱਕ ਬਹਾਨਾ ਲੈ ਲਿਆ ਸੀ ਉਸ ਚੀਜ਼ ਦਾ। ਤਾਂ ਉਸ ਧਿਰ ਨੇ ਵੀ ਹੁਣ ਤਾਂ ਮਾਰਗ ਖਾਲੀ ਕਰ ਦਿੱਤੇ ਨੇ। ਤਾਂ ਸੈਂਟਰ ਹੁਣ ਕਹਿੰਦਾ ਕਿ ਜੀ ਨਹੀਂ, ਕਿ ਇਕੱਲੀਆਂ ਮਾਲ ਗੱਡੀਆਂ ਨਹੀਂ, ਨਾਲ ਯਾਤਰੀ ਗੱਡੀਆਂ ਦੀ ਵੀ ਸਾਨੂੰ ਆਗਿਆ ਦਿਓ। ਤਾਂ ਇਹ ਤੋਂ ਲੱਗਦਾ ਕਿ ਜਿਹੜੀ ਸੈਂਟਰ ਦੀ ਨੀਅਤ ਹੈ ਉਹ ਸਾਫ਼ ਨਹੀਂ ਹੈਗੀ ਹੈ, ਅਤੇ ਸੈਂਟਰ ਇਸ ਗੱਲ ਦੇ ਵਿੱਚ ਪੂਰੀ ਤਰ੍ਹਾਂ ਬੇਪਰਦ ਹੋ ਗਿਆ। ਕਿਸਾਨ ਅੰਦੋਲਨ ਪੰਜਾਬ ਇਸ ਦੇ ਵਿੱਚ ਕਿੰਨਾ ਕੁ ਖਟਦਾ ਹੈ ਇਹ ਵੱਖਰਾ ਇਸ਼ੂ ਹੈ, ਪਰ ਸੈਂਟਰ ਪੂਰੇ ਐਪੀਸੋਡ ਦੇ ਵਿੱਚ ਡੇ ਬਾਈ ਡੇ ਸਾਰੇ ਲੋਕਾਂ ਦੇ ਸਾਹਮਣੇ, ਸਾਰੇ ਮੁਲਕ ਦੇ ਸਾਹਮਣੇ ਇੱਕ ਤਰ੍ਹਾਂ ਦਾ ਨੰਗਾ ਹੋ ਰਿਹਾ ਹੈ। ਔਰ ਸਾਰੀਆਂ ਸਟੇਟਾਂ ਦੀ, ਪੂਰੇ ਦੇਸ਼ ਦੀ ਜਿਹੜੀ ਨਜ਼ਰ ਹੈ ਇਸ ਵੇਲੇ ਉਹ ਖਾਸ ਤੌਰ 'ਤੇ ਪੰਜਾਬ ਵੱਲ ਲੱਗੀ ਹੋਈ ਹੈ। ਔਰ ਉਸ ਤੋਂ ਵੀ ਅੱਗੇ ਜਾ ਕੇ ਜਿਹੜੀਆਂ ਮਾਲ ਗੱਡੀਆਂ ਨੂੰ ਰੋਕਣਾ ਜਾਂ ਨਵੀਆਂ ਤਰ੍ਹਾਂ ਦੀਆਂ ਸ਼ਰਤਾਂ ਲਾਉਣੀਆਂ, ਇਹਦਾ ਵੀ ਪੂਰਾ ਜਿਹੜਾ ਦੇਸ਼ ਹੈ ਉਹ ਨੋਟਿਸ ਲੈ ਰਿਹਾ ਹੈਗਾ। ਤਾਂ ਆਪਣੇ ਦਰਸ਼ਕਾਂ ਨਾਲ ਇੱਕ ਆਪਾਂ ਗੱਲ ਇਸ ਐਂਗਲ ਤੋਂ ਵੀ ਕਰਾਂਗੇ ਆਤਿਸ਼, ਕਿ ਇਹ ਇਕੱਲਾ ਪੰਜਾਬ ਨਾਲ ਹੀ ਕਿਉਂ ਇੱਦਾਂ ਸੈਂਟਰ ਕਰ ਰਿਹਾ ਹੈ। ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੈਗੇ ਨੇ। ਹਾਲਾਂਕਿ ਹਿਸਟਰੀ ਦੇ ਵਿੱਚ ਇਹ ਪਹਿਲਾ ਮੌਕਾ ਹੋਏਗਾ ਕਿ ਸੈਂਟਰ ਹੈ ਜਿਹੜਾ ਉਹ ਆਪਣਾ ਪੈਰ ਪਿਛਾਂਹ ਖਿੱਚ ਰਿਹਾ ਹੈਗਾ ਔਰ ਇਸ ਕਿਸਮ ਦੀਆਂ ਕੰਡੀਸ਼ਨ ਹੈ ਜਿਹੜੀਆਂ ਇੰਪੋਜ਼ ਕਰ ਰਿਹਾ ਹੈ। ਬਹੁਤ ਸਾਰੇ ਮੌਕੇ ਜਿਹਨੇ ਆਪਾਂ ਦਰਸ਼ਕਾਂ ਨਾਲ ਸਾਂਝੇ ਕਰ ਸਕਦੇ ਹਾਂ। ਤੁਹਾਡੇ ਯਾਦ ਹੋਏਗਾ 2002 ਦੇ ਵਿੱਚ ਫਰਵਰੀ ਦੇ ਵਿੱਚ ਗੋਧਰਾ ਕਾਂਡ ਹੋਇਆ ਗੁਜਰਾਤ ਦੇ ਵਿੱਚ। ਬਹੁਤ ਵੱਡਾ ਇੰਸੀਡੈਂਟ ਸੀ, 60 ਮੌਤਾਂ ਹੋਈਆਂ ਸੀ ਉਸ ਟਾਈਮ। ਉਦੋਂ ਬਾਅਦ ਗੁਜਰਾਤ ਦੇ ਦੰਗੇ ਵੀ ਹੋਏ ਸੀਗੇ। ਤਾਂ ਇੰਨੇ ਸੈਂਸੀਟਿਵ ਇਸ਼ੂ ਦੇ ਮੌਕੇ ਵੀ ਉਸ ਟਾਈਮ ਗੁਜਰਾਤ ਦੇ ਵਿੱਚ 2 ਤੋਂ ਲੈ ਕੇ 3 ਹਫ਼ਤੇ ਤੱਕ ਜਿਹੜੀਆਂ ਉਹਨਾਂ ਟਰੈਕ ਦੇ ਵਿੱਚ, ਰੇਲਵੇ ਟਰੈਕਸ ਦੇ ਵਿੱਚ ਸਿਰਫ ਗੱਡੀਆਂ ਜਿਹੜੀਆਂ ਮਾਲ ਗੱਡੀਆਂ ਚਲਾਈਆਂ ਗਈਆਂ ਸੀ, ਜਿਹੜੀ ਸ਼ੁਰੂਆਤ ਕੀਤੀ ਗਈ ਸੀ। ਉਸ ਤੋਂ ਬਾਅਦ ਜਦੋਂ ਮਾਹੌਲ ਸੁਖਾਵਾਂ ਬਣਿਆ ਸੀ, ਫਿਰ ਉਹਨਾਂ ਨੇ ਜਿਹੜੀਆਂ ਆਪਣੀਆਂ ਦੂਜੀਆਂ ਜਿਹੜੀਆਂ ਮੁਸਾਫਰ ਟ੍ਰੇਨਾਂ ਉੱਥੇ ਸ਼ੁਰੂ ਕੀਤੀਆਂ ਸੀ। ਮਤਲਬ ਇਹ ਸੈਂਟਰ ਗੌਰਮੈਂਟ ਦਾ ਉਸ ਟਾਈਮ ਦਾ ਫੈਸਲਾ ਸੀਗਾ। ਦੂਸਰਾ, ਸਾਡੇ ਕੋਲ ਜਿੰਨੇ ਟਰਾਈਬਲ ਏਰੀਏ ਹੈਗੇ ਨੇ, ਚਾਹੇ ਛੱਤੀਸਗੜ੍ਹ ਦਾ ਹੈਗਾ, ਚਾਹੇ ਉੜੀਸਾ ਵਾਲੇ ਹੈਗੇ ਨੇ, ਇਹਨਾਂ ਦੇ ਵਿੱਚ ਜਦੋਂ ਵੀ ਕੋਈ ਰੇਲ ਪਟੜੀਆਂ 'ਤੇ ਲੋਕ ਬੈਠਦੇ ਨੇ ਜਾਂ ਭੰਨ ਤੋੜ ਹੁੰਦੀ ਹੈ ਕਿਸੇ ਕਿਸਮ ਦੀ, ਜਾਂ ਪਹਿਲਾਂ ਹੁੰਦੀ ਰਹੀ ਹੈ ਅੱਜ ਤੋਂ ਪਹਿਲਾਂ, ਤਾਂ ਉੱਥੇ ਵੀ ਜਦੋਂ ਉਹਨੂੰ ਰਿਵਾਈਵ ਕੀਤਾ ਜਾਂਦਾ ਟ੍ਰੇਨਸ ਨੂੰ, ਤਾਂ ਸਭ ਤੋਂ ਪਹਿਲਾਂ ਗੁਡਸ ਟ੍ਰੇਨ ਹੀ ਜਿਹੜੀਆਂ ਚਲਾਈਆਂ ਜਾਂਦੀਆਂ, ਮਾਲ ਗੱਡੀਆਂ ਚਲਾਈਆਂ ਜਾਂਦੀਆਂ ਨੇ, ਉਹਦੇ ਨਾਲ ਦੇਖਿਆ ਜਾਂਦਾ ਚਲਾ ਕੇ ਕੁਛ ਦਿਨਾਂ ਲਈ। ਉਸ ਤੋਂ ਬਾਅਦ ਜਿਹੜੀਆਂ ਮੁਸਾਫਰ ਗੱਡੀਆਂ ਸ਼ੁਰੂ ਕੀਤੀਆਂ ਜਾਂਦੀਆਂ ਨੇ। ਹੁਣ ਬਹੁਤਾ ਦੂਰ ਜਾਣ ਦੀ ਲੋੜ ਨਹੀਂ। ਸਾਡੇ ਕੋਲ ਇੱਧਰ ਰਾਜਸਥਾਨ ਦਾ ਜਿਹੜਾ ਗੁੱਜਰ ਅੰਦੋਲਨ ਹੈ, ਔਰ ਹਰਿਆਣਾ ਦੇ ਵਿੱਚ ਵੀ ਕਿੰਨੇ ਵਾਰੀ ਜਿਹੜੇ ਲੋਕ ਰੇਲ ਪਟੜੀਆਂ 'ਤੇ ਬੈਠੇ ਨੇ।
ਤੇ ਗੁੱਜਰ ਅੰਦੋਲਨ ਤਾਂ ਇੱਕ ਵਾਰੀ ਤਕਰੀਬਨ ਮੈਨੂੰ ਲੱਗਦਾ 41 ਜਾਂ 42 ਦਿਨ ਚੱਲਿਆ ਸੀ, ਬੜਾ ਲੰਬਾ ਚੱਲਿਆ ਸੀ। ਜੀ ਬਿਲਕੁਲ। ਉਸ ਟਾਈਮ ਵੀ ਜਿਹੜੇ ਰਾਜਸਥਾਨ ਦੇ ਉਹ 7-8 ਜ਼ਿਲ੍ਹੇ ਦੇ ਵਿੱਚ ਸੀ, ਤਾਂ ਉਹ ਅੰਦੋਲਨ ਚਾਹੇ ਖਤਮ ਹੋ ਗਿਆ ਸੀ, ਉੱਥੇ ਵੀ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਉਹ ਮਾਲ ਗੱਡੀਆਂ ਤੋਂ ਕੀਤੀ ਗਈ ਸੀ। ਜਦੋਂ ਮਾਹੌਲ ਠੀਕ ਲੱਗਿਆ ਤਾਂ ਜਿਹੜਾ ਸੈਕੰਡ ਸਟੈਪ ਵਜੋਂ ਜਿਹੜੀਆਂ ਯਾਤਰੀ ਗੱਡੀਆਂ ਨੂੰ ਉੱਥੇ ਚਲਾਇਆ ਗਿਆ ਸੀਗਾ। ਇਵੇਂ ਜਿਵੇਂ ਸਾਡੇ ਕੋਲੇ ਦੇਖ ਲਈ ਅਸੀਂ ਕੋਵਿਡ ਵਾਲਾ ਪੀਰੀਅਡ ਦੇਖ ਲਈਏ, ਤਾਂ ਉਦੋਂ ਜਿਹੜੀਆਂ ਟੋਟਲੀ ਮੁਸਾਫਰ ਗੱਡੀਆਂ ਬੰਦ ਹੋ ਗਈਆਂ ਸੀ। ਇਸ ਵੇਲੇ ਵੀ ਸਾਰੇ ਕੰਟਰੀ ਦੇ ਵਿੱਚ ਤਕਰੀਬਨ 58% ਦੀ ਜਿਹੜੀਆਂ ਟ੍ਰੇਨਾਂ ਨੇ, ਯਾਤਰੀ ਟ੍ਰੇਨਾਂ ਨੇ, ਉਹ ਬੰਦ ਨੇ। ਉਹਨਾਂ ਜਿਹੜੇ ਰੇਲ ਮਾਰਗਾਂ ਤੇ ਸਿਰਫ ਜਿਹੜੀਆਂ ਗੁੱਡਸ ਟ੍ਰੇਨ ਹੈ ਉਹੀ ਚੱਲ ਰਹੀਆਂ ਨੇ। ਇਸ ਤਰ੍ਹਾਂ ਸਾਡੇ ਕੋਲ ਬਹੁਤ ਸਾਰੇ ਐਗਜ਼ਾਮਪਲ ਹੈ। ਪਿੱਛੇ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਰਿਹਾ, ਜਿਹਨੂੰ ਟੈਰਰਿਜ਼ਮ ਦਾ ਪੀੜ ਕਿਹਾ ਜਾਂਦਾ ਹੈਗਾ, ਉਸ ਟਾਈਮ ਪੰਜਾਬ ਦੇ ਵਿੱਚ ਕਿੰਨੇ ਹਾਦਸੇ ਇਸ ਕਿਸਮ ਦੇ ਵਾਪਰੇ ਸੀ ਕਿ ਜਦੋਂ ਟ੍ਰੇਨਾਂ ਦੇ ਵਿੱਚ ਬਲਾਸਟ ਵੀ ਹੋਏ ਸੀਗੇ। ਟ੍ਰੇਨਾਂ ਉਸ ਟਾਈਮ ਵੀ ਨਹੀਂ ਸੀ ਰੁਕੀਆਂ, ਉਦੋਂ ਵੀ ਚਲਦੀਆਂ ਰਹੀਆਂ, ਕੋਈ ਇਸ ਕਿਸਮ ਦਾ ਕੋਈ ਨੌਬਤ ਨਾ ਆਈ। ਪਰ ਸੈਂਟਰ ਨੂੰ ਲੱਗਦਾ ਸੀ ਕਿ ਇਹ ਸਾਡੇ ਕੋਲ ਇੱਕ ਵਧੀਆ ਮੌਕਾ ਹੈਗਾ, ਕਿਉਂਕਿ ਪੰਜਾਬ ਦੀ ਇੱਕ ਲੋੜ ਸੀ। ਪੰਜਾਬ ਦੇ ਲੋਕਾਂ ਨੇ ਸਮਝਿਆ, ਸਟੇਟ ਗੌਰਮੈਂਟ ਨੇ ਕਿਸਾਨ ਧਿਰਾਂ ਨੂੰ ਅਪੀਲ ਕੀਤੀ ਕਿ ਖਾਦ ਦੀ ਕਮੀ ਆ ਸਕਦੀ ਹੈ ਆਉਣ ਵਾਲੇ ਟਾਈਮ ਦੇ ਵਿੱਚ, ਜਾਂ ਕੋਲੇ ਦਾ ਸੰਕਟ ਬਣਿਆ ਹੋਇਆ। ਪਰ ਕਿਸਾਨਾਂ ਨੇ ਉਸ ਚੀਜ਼ ਨੂੰ ਸਮਝ ਕੇ ਆਪਣੀ ਜਿਹੜੀ ਡਿਊਟੀ ਹੈ, ਆਪਣਾ ਜਿਹੜਾ ਫਰਜ਼ ਹੈ, ਉਹ ਸਟੇਟ ਦੇ ਲਾਰਜੈਸਟ ਇੰਟਰਸਟ ਦੇ ਵਿੱਚ ਪਲੇ ਕੀਤਾ। ਤਾਂ ਇਸ ਕਿਸਮ ਦੇ ਬਹੁਤ ਸਾਰੇ ਮੌਕੇ ਸੀਗੇ ਜਦੋਂ ਜਿਹੜੀਆਂ ਗੁੱਡਸ ਟ੍ਰੇਨਾਂ ਚਲਾਈਆਂ ਗਈਆਂ ਨੇ। ਕਿਤੇ ਵੀ ਨਹੀਂ ਕੋਈ ਸੈਂਟਰ ਨੇ ਕਿ ਇਸ ਕਿਸਮ ਦੀ ਹੱਠ ਲਾਈ ਕਿ ਅਸੀਂ ਇਹ ਸ਼ਰਤਾਂ ਥੋੜ੍ਹੀ ਲਾਈ ਨੇ। ਕਿਸ ਕਿਸਮ ਦਾ ਮਾਹੌਲ ਬਣਿਆ, ਸਾਰਾ ਮੁਲਕ ਦੇ ਜਿਹੜੇ 18 ਜ਼ਿਲ੍ਹਿਆਂ ਦੇ ਵਿੱਚ ਕਿੰਨੀ ਸਕਸੈਸਫੁਲ ਜਿਹੜੀ ਪਿੱਛੇ ਚੱਕਾ ਜਾਮ ਹੋਇਆ ਹੈ, ਪੂਰੇ ਮੁਲਕ ਦੇ ਕਿਸਾਨਾਂ ਨਾਲ ਜੁੜੀ ਹੋਈ ਗੱਲ ਹੈਗੀ ਹੈ। ਅਸੀਂ ਉਹਨਾਂ ਨੂੰ ਇੰਨਾ ਲਾਈਟਲੀ ਲੈ ਰਹੇ ਹਾਂ, ਉੱਪਰੋਂ ਇਸ ਕਿਸਮ ਦੀਆਂ ਕੰਡੀਸ਼ਨਾਂ ਇੰਪੋਜ਼ ਕਰ ਰਹੇ ਹੈਗੇ ਆ। ਤਾਂ ਇਸ ਤੋਂ ਸੈਂਟਰ ਨੂੰ ਗਰੇਜ਼ ਕਰਨਾ ਚਾਹੀਦਾ। ਪਰ ਸੈਂਟਰ ਆਪਾਂ ਦੇਖਣ ਦੇ ਵਿੱਚ ਅਤਿਸ਼ੇਬਾਰੀ ਤੌਰ 'ਤੇ ਲੱਗਦਾ ਹੁੰਦਾ ਕਈ ਵਾਰੀ ਕਿ ਵੀ ਇਹ ਪੰਜਾਬ ਨੂੰ ਸਬਕ ਸਿਖਾਉਣ ਵਾਲੀ ਗੱਲ ਹੈਗੀ ਹੈ ਜਾਂ ਹੋਰ ਹੈ। ਇਹਦੇ ਪਿੱਛੇ ਕਈ ਤਰ੍ਹਾਂ ਦੇ ਲੁਕਵੇਂ ਏਜੰਡੇ ਵੀ ਹੈ। ਜਿਵੇਂ ਬੜੇ ਲੰਬੇ ਟਾਈਮ ਤੋਂ ਇੱਕ ਗੱਲ ਚੱਲ ਰਹੀ ਸੀਗੀ ਕਿ ਸੈਂਟਰ ਗੌਰਮੈਂਟ ਹੈ ਜਿਹੜਾ ਰੇਲਵੇ ਨੂੰ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦਾ ਹੈਗਾ। ਉਹ ਚਾਹੁੰਦਾ ਕਿ ਜਦੋਂ ਵੀ ਕੋਈ ਅਦਾਰਾ ਇਸ ਤਰ੍ਹਾਂ ਪ੍ਰਾਈਵੇਟ ਸੌਂਪਿਆ ਜਾਂਦਾ ਨਿੱਜੀ ਹੱਥਾਂ ਦੇ ਵਿੱਚ, ਤਾਂ ਪਹਿਲਾਂ ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ, ਮਾਹੌਲ ਬਣਾਇਆ ਜਾਂਦਾ ਹੈ ਕਿ ਉਸ ਅਦਾਰੇ ਦੀ ਇੱਕ ਜਿਹੜੀ ਲੁੱਕ ਹੈ ਉਹ ਇਸ ਕਿਸਮ ਦੀ ਪਤਲੀ ਦਿਖਾਈ ਜਾਂਦੀ ਹੈ। ਤਾਂ ਪਿਛਲੇ ਕੋਵਿਡ ਦੇ ਟਾਈਮ ਦੇ ਵਿੱਚ ਕਦੇ ਵੀ ਸੈਂਟਰ ਗੌਰਮੈਂਟ ਨੇ ਇਹ ਨਹੀਂ ਕਿਹਾ ਕਿ ਸਾਨੂੰ ਜਿਹੜਾ ਰੇਲਵੇ ਨੂੰ ਐਡਾ ਵੱਡਾ ਲਾਸ ਹੋਇਆ। ਹੁਣ ਪੰਜਾਬ ਦੇ ਵਿੱਚ ਜਦੋਂ ਟ੍ਰੇਨਾਂ ਬੰਦ ਹੋਈਆਂ ਤਾਂ ਕਹਿ ਦਿੱਤਾ ਕਿ 1200 ਕਰੋੜ ਦਾ ਲਾਸ ਹੋਇਆ। ਪਰ ਇਸ ਨੂੰ ਜਿਵੇਂ ਲਾਈਟਲੀ ਲੈ ਰਹੀ ਹੈ ਸੈਂਟਰ ਗੌਰਮੈਂਟ। ਇਹ ਨਹੀਂ ਕਿ ਲੋੜ ਸਾਡੀ ਪੰਜਾਬ ਦੀ ਹੈਗੀ ਹੈ, ਸੈਂਟਰ ਗੌਰਮੈਂਟ ਦੀ ਵੀ ਲੋੜ ਹੈ। ਉਹਨਾਂ ਦਾ ਵੀ ਇੱਕ ਅਦਾਰਾ ਜਿਹੜਾ ਉਹਦਾ ਵੀ ਐਡਾ ਵੱਡਾ ਨੁਕਸਾਨ ਹੈ, ਕਿਉਂਕਿ ਜਿਹੜਾ ਮੇਜਰ ਪੋਰਸ਼ਨ ਹੈ ਰੈਵਨਿਊ ਦਾ ਉਹ ਗੁੱਡਸ ਟ੍ਰੇਨ ਤੋਂ ਆਉਂਦਾ ਹੈ। ਯਾਤਰੀ ਟ੍ਰੇਨ ਤੋਂ ਤਾਂ ਠੀਕ ਹੈ, ਚਾਹੇ ਵੱਡਾ ਰੋਲ ਪਾਰਟ ਹੁੰਦਾ ਇਸ ਦਾ ਵੀ ਰੈਵਨਿਊ ਦੇ ਵਿੱਚ, ਬਜਟ ਦੇ ਵਿੱਚ, ਪਰ ਮੇਜਰ ਉਹਦੇ ਵਿੱਚੋਂ ਹੁੰਦਾ ਹੈਗਾ। ਤਾਂ ਸੈਂਟਰ ਦੀ ਵੀ ਓਨੀ ਲੋੜ ਹੈ ਜਿੰਨੀ ਪੰਜਾਬ ਦੇ ਕਿਸਾਨਾਂ ਦੀ ਲੋੜ ਹੈ। ਪਰ ਸੈਂਟਰ ਇਸ ਗੱਲ ਨੂੰ ਵੀ ਬੇਧਿਆਨ ਨਾਲ ਛੱਡ ਰਿਹਾ ਹੈਗਾ ਕਿ ਸਾਡਾ ਜਿਹੜਾ ਰੈਵਨਿਊ ਲਾਸ ਉਹ ਕਿਸੇ ਨਾ ਕਿਸੇ ਪੜਾਅ 'ਤੇ ਚਾਹੁੰਦਾ ਹੈਗਾ, ਕਿਉਂਕਿ ਇਹਦੀ ਹਾਲਤ ਵੀ ਪਤਲੀ ਹੋਏਗੀ ਤਾਂ ਹੀ ਉਹਨੂੰ ਇੱਕ ਗਰਾਊਂਡ ਤਿਆਰ ਹੋਏਗਾ ਤੁਹਾਨੂੰ ਉਹਨੂੰ ਨਿੱਜੀ ਹੱਥਾਂ 'ਚ ਦੇਣ 'ਚ। ਕਿਉਂਕਿ ਡਿਫੈਂਸ ਤੋਂ ਬਾਅਦ ਸਾਰੇ ਇੰਡੀਆ ਦੇ ਵਿੱਚ ਸਭ ਤੋਂ ਵੱਧ ਬਹੁਤ ਕੀਮਤੀ ਜਿਹੜੀ ਪ੍ਰਾਪਰਟੀ ਹੈ ਉਹ ਰੇਲਵੇ ਕੋਲੇ ਹੈ। ਤਾਂ ਇੱਕ ਨਜ਼ਰੀਆ ਇਹ ਵੀ ਉਹਦਾ ਇੰਟਰਨਲ ਜਿਵੇਂ 50,000 ਦੇ ਕਰੀਬ ਉਹਨਾਂ ਦੇ ਮੁਲਾਜ਼ਮ ਇਕੱਲੇ ਆਪਣੇ ਪੰਜਾਬ ਦੇ ਵਿੱਚ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਰੁਜ਼ਗਾਰ ਹੈ ਉਹ ਰੇਲਵੇ ਦੇ ਵਿੱਚ ਦਿੱਤਾ ਹੋਇਆ ਹੈਗਾ। ਤਾਂ ਸੈਂਟਰ ਇਹ ਵੀ ਚਾਹੁੰਦਾ ਕਿ ਕਿਵੇਂ ਨਾ ਕਿਵੇਂ ਇਸ ਚੀਜ਼ ਨੂੰ ਵੀ, ਜਿਵੇਂ ਕਹਿੰਦੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੇ ਚੱਕਰ ਦੇ ਵਿੱਚ ਹੈਗਾ। ਔਰ J&K ਦੀ ਜਿਵੇਂ ਸਪਲਾਈ ਸਾਡੇ ਚੀਫ ਮਿਨਿਸਟਰ ਨੇ ਕਈ ਵਾਰੀ ਸਿਕਿਉਰਿਟੀ ਫੋਰਸਿਸ ਦੀ ਗੱਲ ਕੀਤੀ ਹੈਗੀ ਹੈ, ਉਹਨੂੰ ਵੀ ਦਰਕਨਾਰ ਕਰ ਰਿਹਾ ਹੈ। ਚਾਹੇ ਚਲੋ ਸਿਕਿਉਰਿਟੀ ਫੋਰਸਿਸ ਨੂੰ ਤਾਂ ਹੋਰ ਜ਼ਰੀਏ ਦੇ ਥਰੂ ਸਾਰਾ ਕੁਝ ਪਹੁੰਚ ਰਿਹਾ ਹੈ, ਜਾਂ ਉੱਥੇ ਜਿਹੜੇ ਪ੍ਰੋਡਕਟਸ ਹੈਗੇ, ਤੇਲ ਆਇਲ ਪ੍ਰੋਡਕਟਸ ਹੈਗੇ ਨੇ, ਉਹ ਸੜਕੀ ਰਸਤੇ ਜਾ ਰਹੇ ਨੇ, ਪਰ ਉੱਥੋਂ ਦੇ ਲੋਕਾਂ ਨਾਲ ਵੀ ਸਾਡੇ ਸੈਂਟਰ ਦਾ ਕਿਸੇ ਕਿਸਮ ਦਾ ਕੋਈ ਸਰੋਕਾਰ ਨਹੀਂ ਹੈਗਾ। ਕਿਉਂਕਿ ਸੈਂਟਰ ਨੇ ਤਰ੍ਹਾਂ ਦੇ ਪੈਂਤੜੇ ਪਹਿਲਾਂ ਖੇਡ ਕੇ ਦੇਖੀ ਸਾਡੇ ਨਾਲ। ਪਹਿਲਾਂ ਜਿਵੇਂ ਜਦੋਂ ਅਸ਼ਵਨੀ ਸ਼ਰਮਾ ਦੀ ਗੱਡੀ 'ਤੇ ਅਟੈਕ ਹੁੰਦਾ, ਉਸ ਟਾਈਮ ਇੱਕ ਗੱਲ ਦਾ ਫਲਾਰ 2-3 ਦਿਨ ਗੱਲ ਚੱਲੀਏ, ਕਿਊਮਨਲ ਪੱਤਾ ਵੀ ਖੇਡ ਕੇ ਦੇਖਿਆ ਗਿਆ, ਉਹਦੀ ਨਾਲ ਗੱਲ ਨਹੀਂ ਬਣੀ। ਉਸ ਤੋਂ ਬਾਅਦ ਦਲਿਤ ਪੱਤਾ ਵੀ ਖੇਡ ਕੇ ਦੇਖਿਆ ਗਿਆ ਕਿ ਜਿਹੜੀ ਉਹ ਯਾਤਰਾ ਜਲੰਧਰ ਤੋਂ ਸ਼ੁਰੂ ਕੀਤੀ ਗਈ ਸੀ, ਠੀਕ ਹੈ, ਦਲਿਤ ਜਾਗਰਤੀ ਯਾਤਰਾ, ਉਹ ਵੀ ਫੇਲ ਹੋ ਗਿਆ। ਤਾਂ ਸੈਂਟਰ ਦਾ ਹੁਣ ਇਹ ਲੱਗਿਆ ਕਿ ਇਹ ਇੱਕ ਵਧੀਆ ਮੌਕਾ ਹੈਗਾ ਕਿ ਕਿਸਾਨ ਇਸ ਸਮੇਂ ਕੁੜਕੀ ਦੇ ਵਿੱਚ ਫਸੇ ਹੋਏ ਹੈ, ਕਿਉਂਕਿ ਕਣਕ ਦੀ ਬਜਾਨ ਦਾ ਟਾਈਮ ਚੱਲ ਰਿਹਾ ਹੈਗਾ ਤੇ ਖਾਦ ਦੀ ਲੋੜ ਹੈ, ਤੇ ਕਿਸਾਨਾਂ ਨੇ ਤਾਂ ਉਸ ਭਲੇ ਦੇ ਵਿੱਚੋਂ ਇਹ ਗੱਲ ਕੀਤੀ ਸੀ। ਤਾਂ ਸੈਂਟਰ ਇੱਕੋ ਟਾਈਮ ਕਈ ਲੁਕਵੇਂ ਏਜੰਡੇ ਲੈ ਕੇ ਵੀ ਚੱਲ ਰਿਹਾ ਤੇ ਡੈਲੀਬਰੇਟਲੀ ਵੀ ਕਰ ਰਿਹਾ। ਉਹਨੂੰ ਲੱਗਦਾ ਕਿ ਪੰਜਾਬ ਇੱਕ ਬੜਾ ਸਟਰੋਂਗ ਸੂਬਾ ਹੈ, ਇੱਥੋਂ ਦੇ ਜਿਹੜੇ ਲੋਕ ਹੈ ਉਹ ਬੜੇ ਹਾਰਡ ਨੇ, ਮਤਲਬ ਘੁਲਾਟੀਏ ਨੇ, ਇੱਕ ਤਰ੍ਹਾਂ ਦੇ ਬਹਾਦਰੀ ਲਈ ਗਿਣੇ ਜਾਂਦੇ ਨੇ ਪੰਜਾਬੀ ਲੋਕ। ਤਾਂ ਉਹ ਚਾਹੁੰਦਾ ਕਿ ਪੰਜਾਬ ਨੂੰ ਤਾਂ ਸਬਕ ਸਿਖਾਉਣਾ ਚਾਹੁੰਦਾ ਹੈ ਤੇ ਪੂਰੇ ਮੁਲਕ ਨੂੰ ਦਿਖਾਉਣਾ ਚਾਹੁੰਦਾ ਹੈ। ਤੁਸੀਂ ਇੱਕੋ ਟਾਈਮ ਦੋ ਜੈਸਚਰ ਦੇ ਰਹੇ ਹੋ, ਸਾਨੂੰ ਸਬਕ ਸਿਖਾ ਰਹੇ ਹੋ, ਦੂਜੇ ਮੁਲਕ ਨੂੰ ਦਿਖਾ ਰਹੇ ਹੋ
ਕਿ ਜਿਹੜੇ ਸਿਰੇ ਦੇ ਲੋਕ ਹੈ ਜੇ ਅਸੀਂ ਉਹਨਾਂ ਨਾਲ ਇਹ ਬਿਹੇਵ ਕਰ ਸਕਦੇ ਹਾਂ ਬਾਕੀਆਂ ਨਾਲ, ਕੀ ਜਿਵੇਂ ਪਿੰਡ 'ਚ ਨਹੀਂ ਹੁੰਦਾ ਕਿ ਕਿਸੇ ਤਕੜੇ ਬੰਦੇ ਨੂੰ ਜਦੋਂ ਕੋਈ ਬੰਦਾ ਢਾਲੇ ਤਾਂ ਬਾਕੀ ਉਹੀ ਡਰਨਾ ਸ਼ੁਰੂ ਕਰ ਦਿੰਦੇ ਨੇ, ਤਾਂ ਇਸ ਕਿਸਮ ਦਾ ਵੀ ਏਜੰਡਾ ਹੈਗਾ। ਬਾਕੀ ਉਹਨਾਂ ਨੂੰ ਸੈਂਟਰ ਗਵਰਨਮੈਂਟ ਨੂੰ ਇਹ ਵੀ ਲੱਗਦਾ ਹੈਗਾ ਕਿ ਜਿਹੜੇ ਕਾਰਪੋਰੇਟਸ ਹੈਗੇ ਉਹ ਹੁਣ ਪ੍ਰੈਸ਼ਰ ਬਿਲਡ ਕਰ ਰਹੇ ਨੇ ਉਹਨਾਂ ਤੇ, ਕਿਉਂਕਿ ਕਾਨੂੰਨ ਬਣਾ ਦੇਣਾ ਕਾਫੀ ਨਹੀਂ, ਕਾਨੂੰਨ ਤਾਂ ਉਹਨਾਂ ਲਈ ਬਣਾ ਦਿੱਤੇ, ਉਹਨਾਂ ਲਈ ਪੂਰੇ ਮੁਲਕ ਦੇ ਵਿੱਚ ਇੱਕ ਤਰ੍ਹਾਂ ਦਾ ਰਾਹ ਪੱਧਰਾ ਕਰ ਦਿੱਤਾ ਕਿ ਠੀਕ ਹੈ ਤੁਸੀਂ ਖੇਡੋ ਹੁਣ, ਪਰ ਉਹ ਜਿੰਨਾ ਚਿਰ ਉਹ ਇੰਪਲੀਮੈਂਟ ਨਹੀਂ ਕਰਦੇ, ਇਨ ਪ੍ਰੈਕਟਿਸ ਨਹੀਂ ਆਉਂਦੇ, ਉਹਨਾਂ ਚਿਰ ਇਹਨਾਂ ਕਾਨੂੰਨਾਂ ਦਾ ਵੀ ਕੋਈ ਫਾਇਦਾ ਨਹੀਂ। ਤਾਂ ਉਸ ਲੌਬੀ ਦਾ ਇੱਕ ਦਬਾਅ ਹੈਗਾ, ਕਿਉਂਕਿ ਜਿਹੜੀ ਐਗਰੋ ਮਾਰਕੀਟ ਹੈ ਇੰਡੀਆ ਦੇ ਵਿੱਚ ਇੱਕ ਬਹੁਤ ਵੱਡੀ ਮਾਰਕੀਟ ਹੈ, ਤਕਰੀਬਨ 10 ਲੱਖ ਕਰੋੜ ਤੋਂ ਉੱਪਰ ਦੀ ਇਹ ਇਹਦਾ ਹੈਗਾ ਰੈਵਨਿਊ ਜਿਹੜਾ ਹੈਗਾ ਜਨਰੇਟ ਹੁੰਦਾ ਇੱਥੋਂ, ਤਾਂ ਉਹਨਾਂ ਨੂੰ ਲੱਗਦਾ ਕਿ ਹੱਥ ਰੰਗਣ ਦਾ ਮੌਕਾ ਹੈ। ਔਰ ਪੰਜਾਬ ਇਹੋ ਜਿਹੀ ਸਟੇਟ ਹੈਗੀ ਹੈ ਐਗਰੀਕਲਚਰ ਦੀ ਕਿ ਸਾਰੀਆਂ ਰੁੱਤਾਂ ਦੇ ਵਿੱਚ ਸਾਡੇ ਇੱਥੇ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ, ਸਾਡੀ ਫਰਟਾਈਲ ਲੈਂਡ ਹੈਗੀ ਹੈ, ਅਤੇ ਬਹੁਤ ਸਾਰੇ ਮੁਲਕ ਹੈਗੇ ਨੇ ਜਿਹੜੇ ਅਨਾਜ ਸਾਡੇ ਕੋਲੋਂ ਲੈਂਦੇ ਹੈਗੇ ਨੇ ਜਾਂ ਸਾਡੇ 'ਤੇ ਨਿਰਭਰਤਾ ਹੈ ਕਿਸੇ ਨਾ ਕਿਸੇ ਰੂਪ 'ਚ। ਕਾਰਪੋਰੇਟ ਦਾ ਵੀ ਇਹ ਹੈਗਾ ਕਿ ਸਾਡੇ ਲਈ ਇਹ ਮੌਕਾ ਦਿੱਤਾ ਜਾਵੇ, ਅਤੇ ਉਸੇ ਤਹਿਤ ਹੀ ਇਹ ਜਿਹੜੀ ਚੂੜੀ ਹੈ ਸੈਂਟਰ ਪੰਜਾਬ ਦੀ ਉਹ ਕੱਸਣੀ ਸ਼ੁਰੂ ਕੀਤੀ ਹੈ। ਹਾਲਾਂਕਿ ਇਹ ਨਹੀਂ ਕਿ ਸੈਂਟਰ ਅੰਦਰੋਂ ਡਰਿਆ ਨਹੀਂ, ਕਿਸੇ ਨਾ ਕਿਸੇ ਰੂਪ ਦੇ ਵਿੱਚ ਡਰਿਆ ਵੀ ਹੋਇਆ ਹੈਗਾ ਕਿ ਜਿਸ ਤਰ੍ਹਾਂ ਹੁਣ ਗੱਲਬਾਤ ਲਈ ਥੋੜ੍ਹੀ ਗੱਲਬਾਤ ਚੱਲੀ ਹੈ, ਜਿਹੜੇ ਕੇਂਦਰੀ ਐਗਰੀਕਲਚਰ ਮਿਨਿਸਟਰ ਹੈਗੇ ਨੇ ਨਰਿੰਦਰ ਤੋਮਰ ਹੈ, ਉਹਨਾਂ ਨੇ ਕਿਹਾ ਕਿ ਕਿਸਾਨਾਂ ਲਈ ਮੇਰੇ ਜਿਹੜੇ ਬੂਹੇ ਹੈ ਉਹ ਅੱਧੀ ਰਾਤ ਤੱਕ ਖੁੱਲ੍ਹੇ ਨੇ, ਵੀ ਕਦੋਂ ਮਰਜ਼ੀ ਆ ਕੇ ਗੱਲ ਕਰਨ, ਠੀਕ ਹੈ। ਔਰ ਪਹਿਲਾਂ ਜਿਹੜੀ ਇੱਕ ਹੱਠ ਫੜੀ ਹੋਈ ਸੀ, ਔਰ ਉਹਨਾਂ ਦੇ ਸਟੇਟ ਦੇ ਜਿਹੜੇ ਬੀਜੇਪੀ ਦੇ ਲੀਡਰ ਹੈ ਜਿਨ੍ਹਾਂ ਦਾ ਲਗਾਤਾਰ ਘਰਾਓ ਹੋ ਰਿਹਾ, ਜਿਵੇਂ ਜਿਸ ਤਰ੍ਹਾਂ ਕੱਲ੍ਹ ਬਰਨਾਲਾ ਦੇ ਵਿੱਚ ਹੋਇਆ, ਮਨੋਰੰਜਨ ਕਾਲੀਆ ਦਾ ਹੋਇਆ, ਬਠਿੰਡਾ 'ਚ ਹੋਇਆ, ਫਾਜ਼ਿਲਕਾ 'ਚ ਹੋਇਆ, ਉਹਨਾਂ ਲਈ ਇੱਕ ਨੌਬਤ ਬਣੀ ਆ। ਉਹਨਾਂ ਨੇ ਕਿਸੇ ਨਾ ਕਿਸੇ ਮੋੜ 'ਤੇ ਜਾ ਕੇ ਸੋਚਣਾ ਸ਼ੁਰੂ ਕਰ ਦਿੱਤਾ, ਔਰ ਉਹਨਾਂ ਨੇ ਆਪਣੇ ਸੈਂਟਰ ਦੀ ਲੀਡਰਸ਼ਿਪ ਨੂੰ ਵੀ ਕਿਤੇ ਨਾ ਕਿਤੇ ਇਹ ਗੱਲ ਕਨਵੇ ਕੀਤੀ ਹੋਗੀ ਕਿ ਸਟੇਟ ਦੇ ਵਿੱਚ ਜਿਹੜੇ ਹਾਲਾਤ ਹੈ ਉਹ ਸੁਖਾਵੇਂ ਨਹੀਂ ਹੈਗੇ ਨੇ। ਤਾਂ ਜੈਨੀ ਦਾ ਇਹ ਕਹਿਣਾ, ਜਿਹੜਾ ਸਾਬਕਾ ਮਿਨਿਸਟਰ ਹੈ ਭਾਜਪਾ ਦਾ ਸੁਰਜੀਤ ਜਾਨੀ, ਕਿ ਸਭ ਤੋਂ ਪਹਿਲਾਂ ਮੈਂ ਕਿਸਾਨ ਹਾਂ, ਕਿਸਾਨਾਂ ਦੇ ਪੱਖ 'ਚ ਸਟੈਂਡ ਲੈਣਾ, ਫਿਰ ਅਸ਼ਵਨੀ ਸ਼ਰਮਾ ਜੀ ਦਾ ਮੋੜਾ ਲੈਣਾ, ਤਾਂ ਕਿਤੇ ਨਾ ਕਿਤੇ ਅੰਦਰੋਂ ਹਿੱਲੇ ਹੋਏ ਤਾਂ ਹੈਗੇ ਨੇ, ਪਰ ਉਹ ਆਪਣਾ ਇੱਕ ਇੰਪ੍ਰੈਸ਼ਨ ਨਹੀਂ ਦੇਣਾ ਚਾਹੁੰਦੀ ਸੈਂਟਰ ਲੀਡਰਸ਼ਿਪ ਕਿ ਅਸੀਂ ਝੁਕ ਗਏ ਜਾਂ ਅਸੀਂ ਇੱਕ ਸੂਤ ਜਾਂ ਇੱਕ ਇੰਚ ਪਿੱਛੇ ਹਟ ਗਏ ਆਪਣੀ ਗੱਲ ਤੋਂ। ਤਾਂ ਇਹ ਗੱਲਾਂ ਨੇ ਜਿਹਦੇ ਕਰਕੇ ਸੈਂਟਰ ਹੈ ਜਿਹੜਾ ਇਸ ਤਰ੍ਹਾਂ ਦਾ ਰਵੱਈਆ ਅਖਤਿਆਰ ਕਰ ਰਿਹਾ ਹੈ। ਚਰਨਜੀਤ ਜੀ, ਇਹਦੇ ਨਾਲ ਹੀ ਇੱਕ ਹੋਰ ਵੱਡੀ ਗੱਲ ਇਹ ਆਉਂਦੀ ਹੈ, ਕੇਂਦਰ ਸਰਕਾਰ ਨੇ ਆਪਣੀਆਂ ਗੱਲਾਂ ਮਨਵਾਉਣ ਲਈ ਜਿਹੜਾ ਇੱਕ ਨਵਾਂ ਰਵੱਈਆ ਅਪਣਾ ਲਿਆ, ਇਹਦੇ ਵਿੱਚ ਕਿਸਾਨ ਧਿਰਾਂ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹੁਣ ਕਿਸਾਨ ਧਿਰਾਂ ਦਾ ਅਗਲਾ ਸਟੈਪ ਕੀ ਹੋਏਗਾ? ਕੀ ਉਹ ਜਿਹੜੀਆਂ ਹੈਗੀਆਂ ਮੁਸਾਫਰ ਗੱਡੀਆਂ ਨੂੰ ਚੱਲਣ ਦੀ ਪ੍ਰਵਾਨਗੀ ਦੇਣਗੀਆਂ? ਆਤਿਸ਼ੇ ਅੰਦੋਲਨ ਹੈਗਾ ਨਾ ਜਿਹੜਾ ਬੜਾ ਇੱਕ ਅਜਬ ਮੋੜ 'ਤੇ ਆ ਕੇ ਜਿਹੜਾ ਖੜਾ ਹੋ ਗਿਆ ਹੈਗਾ, ਇਹ ਹੁਣ ਕਿਸਾਨ ਧਿਰਾਂ ਲਈ ਵੀ ਇੱਕ ਤਰ੍ਹਾਂ ਦੀ ਉਹਨਾਂ ਦੀ ਕਿਸ ਕਿਸਮ ਦਾ ਰੋਲ ਰਹਿੰਦਾ ਹੈ, ਸਰਕਾਰ ਦੀ ਜਿਹੜੀ ਭੂਮਿਕਾ ਹੈ ਉਹ ਕਿਸ ਤਰ੍ਹਾਂ ਦੀ ਰਹਿੰਦੀ ਹੈ, ਇਹ ਵੀ ਵੇਖਣ ਵਾਲੀ ਗੱਲ ਹੋਏਗੀ। ਪਰ ਜਿਸ ਤਰ੍ਹਾਂ ਸਾਡੀਆਂ ਕਿਸਾਨ ਧਿਰਾਂ ਨੇ ਪਿਛਲੇ ਟਾਈਮ 'ਚ ਜਿੰਨਾ ਹੁਣ ਤੱਕ ਅੰਦੋਲਨ ਚੱਲਿਆ ਹੈਗਾ ਉਹਦੇ ਵਿੱਚ ਇੱਕ ਰੋਲ ਪਲੇ ਕੀਤਾ ਹੈ, ਜਿਸ ਤਰ੍ਹਾਂ ਦਾ ਜਾਬਤਾ ਰੱਖਿਆ, ਜਿਸ ਤਰ੍ਹਾਂ ਦਾ ਪੂਰੇ ਮੁਲਕ ਨੂੰ ਇੱਕ ਅਗਵਾਈ ਦਿੱਤੀ ਹੈ ਕਿਸਾਨੀ ਅੰਦੋਲਨ ਨੂੰ, ਉਹ ਬੜਾ ਸ਼ਲਾਘਾਯੋਗ ਹੈਗਾ। ਤਾਂ ਕਿਸਾਨਾਂ ਨੇ ਤਾਂ ਦੇਖੋ ਲਾਰਜੈਸਟ ਇੰਟਰਸਟ ਲਈ, ਸਾਡੇ ਕਿਸਾਨਾਂ ਦੇ ਇੰਟਰਸਟ ਲਈ ਉਹਨਾਂ ਨੇ ਆਪਣੀ ਹੱਠ ਨਹੀਂ ਪੁਗਾਈ। ਹਾਲਾਂਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਦੀ ਲੜਾਈ ਹੈ ਜਿਹੜੀ ਉਹ ਤਿਆਰ ਹੈ, ਬਲਕਿ ਨੈਸ਼ਨਲ ਲੈਵਲ 'ਤੇ ਚਲੀ ਜਾਣੀ ਹੈ। ਚੱਕਾ ਜਾਮ ਹੋਇਆ 26 ਤਰੀਕ ਨੂੰ, ਜਿਹੜਾ ਦਿੱਲੀ ਚੱਲੋ ਪ੍ਰੋਗਰਾਮ ਹੈ 2 ਦਿਨਾਂ ਦਾ, ਉਹਦੇ ਲਈ ਤਿਆਰੀ ਬੜੀ ਵੱਡੀ ਪੱਧਰ 'ਤੇ ਹੋ ਰਹੀ ਹੈ, ਲਾਮਬੰਦੀ ਹੋ ਰਹੀ ਹੈ, ਪਰ ਉਹਨਾਂ ਨੇ ਆਪਣੀ ਹੱਠ ਨਹੀਂ ਰੱਖੀ। ਹੱਠ ਸਿਰਫ ਕਿਹਦੇ ਲਈ? ਇੱਕ ਸਟੇਟ ਦੇ ਇੰਟਰਸਟ ਲਈ, ਕਿਸਾਨਾਂ ਲਈ, ਲੋਕਾਂ ਲਈ, ਆਪਣੇ ਵਪਾਰੀਆਂ ਲਈ, ਕਿ ਕਿਸੇ ਕਿਸਮ ਦੇ ਬਿਜ਼ਨਸ ਦੇ ਵਿੱਚ ਜਾਂ ਇੰਡਸਟਰੀ ਨੂੰ ਕੋਈ ਕਿਸੇ ਕਿਸਮ ਦਾ ਲਾਸ ਨਾ ਹੋਵੇ। ਜੇ ਕਿਸਾਨ ਇਹ ਗੱਲ ਸੋਚ ਸਕਦੇ ਨੇ, ਕਿਸਾਨ ਧਿਰਾਂ ਇਹ ਗੱਲ ਸੋਚ ਸਕਦੀਆਂ ਨੇ ਕਿ ਆਪਣੀ ਈਗੋ ਨਹੀਂ ਰੱਖ ਰਹੀਆਂ ਅੱਗੇ, ਠੀਕ ਹੈ, ਤਾਂ ਸੈਂਟਰ ਕਿਉਂ ਨਹੀਂ? ਸੈਂਟਰ ਇੱਕ ਨੈਸ਼ਨਲ ਇੰਟਰਸਟ ਲਈ, ਜਦੋਂ ਬਾਰ-ਬਾਰ ਸਾਡੇ ਚੀਫ ਮਿਨਿਸਟਰ ਕਹਿ ਰਹੇ ਹੈ ਕਿ ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਜਿਹੜਾ ਉੱਠ ਸਕਦਾ ਹੈਗਾ, ਕੋਈ ਗਲਤ ਅਨਸਰ ਇਸ ਚੀਜ਼ ਦਾ ਜਿਹੜਾ ਗੁਆਂਢੀ ਮੁਲਕ ਹੈ ਫਾਇਦਾ ਉਠਾ ਸਕਦੇ ਹੈ, ਤਾਂ ਸਾਡੇ ਆਗੂ ਜਿਹੜੇ ਸਾਡੇ ਮੁਲਕ ਦੇ ਹੈਗੇ ਨੇ, ਆਗੂ ਸਾਡੇ ਤਾਂ 2 ਹੀ ਨੇ, ਤਾਂ ਉਹਨਾਂ ਦੇ ਮਨ 'ਚ ਇਹ ਕਿਉਂ ਨਹੀਂ ਆਉਂਦੇ? ਉਹ ਨੈਸ਼ਨਲ ਸਿਕਿਉਰਿਟੀ ਨੂੰ ਦਰਕਰਾਰ ਕਰਕੇ ਜਿਹੜੀ ਆਪਣੀ ਹੱਠ ਹੈ ਉਸ ਨੂੰ ਭਗਾ ਰਹੇ ਨੇ। ਉਸ ਤੋਂ ਵੱਡਾ ਜ਼ਿਕਰਾ ਤਾਂ ਸਾਡੇ ਜਿਹੜੇ ਕਿਸਾਨ ਨੇਤਾਵਾਂ ਨੇ ਦਿਖਾ ਦਿੱਤਾ। ਉਹਨਾਂ ਨੇ ਕਿਹਾ ਕਿ ਟ੍ਰੇਨਾਂ ਤੁਸੀਂ ਚਲਾਓ, ਸਾਡੇ ਚੀਫ ਮਿਨਿਸਟਰ ਨੇ ਕਿਹਾ ਜਦੋਂ ਸਟੇਟ ਕਿ ਇਸ ਕਿਸਮ ਦਾ ਮਾਹੌਲ ਬਣ ਰਿਹਾ ਕਿ ਖਾਦਾਂ ਦੀ ਦਿੱਕਤ ਆ ਰਹੀ ਹੈ, ਹੋਰ ਸਮੱਸਿਆ ਆ ਰਹੀ, ਅਨਾਜ ਦੀ ਜਿਹੜੀ ਮੂਵਮੈਂਟ ਹੋਣੀ ਆ ਉਹ ਨਹੀਂ ਹੋ ਰਹੀ, ਤਾਂ ਸਾਡੇ ਕਿਸਾਨਾਂ ਨੇ ਮਾਲ ਗੱਡੀਆਂ ਲਈ ਕਹਿ ਦਿੱਤਾ ਕਿ ਠੀਕ ਹੈ ਅਸੀਂ 5 ਤਰੀਕ ਤੱਕ ਹੈ ਖੋਲ੍ਹਦੇ ਹਾਂ। ਤਾਂ ਸੈਂਟਰ ਨੇ ਉਸ ਤੋਂ ਬਾਅਦ ਇੱਕ ਦਿਨ ਗੱਡੀਆਂ ਚਲਾ ਕੇ ਉਹ ਬਹਾਨਾ ਲੈ ਕੇ ਟਰੈਕਸ ਦੇ ਉੱਪਰ ਇੱਕ ਧਿਰ ਵਾਲੇ ਬੰਦੇ ਜਿਹੜੇ ਬੈਠੇ ਹੈਗੇ ਨੇ, ਤਾਂ ਉਹਨਾਂ ਨੇ ਕੋਈ ਜੈਸਚਰ ਨਹੀਂ ਦਿਖਾਇਆ। ਇਸ ਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਤੁਸੀਂ ਰੇਲਵੇ ਟਰੈਕ ਤੋਂ ਤਾਂ ਉੱਠ ਖੜੇ ਹੋ, ਤੁਸੀਂ ਹੁਣ ਰੇਲਵੇ ਸਟੇਸ਼ਨਾਂ 'ਤੇ ਬੈਠ ਗਏ ਹੋ, ਇੱਥੋਂ ਉੱਠੋ। ਉਹ ਫਿਰ ਵੀ ਇੱਕ ਸਟੈਪ ਪਿੱਛੇ ਹੋ ਗਏ। ਉਹ ਰੇਲਵੇ ਸਟੇਸ਼ਨਾਂ ਦੇ ਜਿਹੜੇ ਪਾਰਕਿੰਗ ਵਾਲੀ ਜਗ੍ਹਾ ਹੁੰਦੀ ਹੈ ਉਹਦੇ ਨੇੜੇ ਤੇੜੇ ਬੈਠ ਗਏ। ਹੁਣ ਸੈਂਟਰ ਕਹਿੰਦਾ ਉੱਥੋਂ ਵੀ ਉੱਠੋ। ਸਾਡੇ ਜਿਹੜੇ ਰੇਲਵੇ ਬੋਰਡ ਦੇ ਚੇਅਰਮੈਨ ਹੈ ਵਿਨੋਦ ਯਾਦਵ,
ਉਹ ਕਹਿੰਦੇ ਜੀ ਸਾਡੀ ਤਾਂ ਹਜੇ ਤਸੱਲੀ ਨਹੀਂ ਹੋਈ, ਇਹ ਤਾਂ ਕੱਲ ਨੂੰ ਫੇਰ ਬੈਠ ਸਕਦੇ ਨੇ। ਹਾਲਾਂਕਿ ਇਹਨਾਂ ਕੋਲੇ ਆਰਪੀਐਫ, ਜੀਆਰਪੀ ਫੋਰਸਸ ਹੈਗੀਆਂ ਨੇ, ਉਹਨਾਂ ਨੇ ਸਾਰੇ ਕਿਤੇ ਕਰ ਲਿਆ। ਇਸ ਕਿਸਮ ਦਾ ਕੋਈ ਰਿਕਾਰਡ ਵੀ ਨਹੀਂ ਹੈਗਾ। ਦੇਖੋ, ਕੋਈ ਸੈਂਟਰ ਅਜੇ ਤੱਕ ਕੋਈ ਤੱਥ ਨਹੀਂ ਪੇਸ਼ ਕਰ ਸਕਿਆ ਕਿ ਜੀ ਤੁਹਾਡੇ ਕਿਸਾਨ ਅੰਦੋਲਨ ਚੱਲਿਆ ਸੀ, ਸਾਡੇ ਇੰਨੇ ਰੇਲਵੇ ਟਰੈਕ ਹੈ ਜਿਹੜੇ ਟੁੱਟੇ ਹੋਏ ਮਿਲੇ, ਜਾਂ ਸਾਡੀ ਰੇਲਵੇ ਦੀ ਸੰਪਤੀ ਨੂੰ ਕਿਤੇ ਨੁਕਸਾਨ ਹੋਇਆ ਹੈ, ਜਾਂ ਸਾਡੇ ਰੇਲਵੇ ਦੇ ਜਿਹੜੇ EMPLOYEES ਹੈ ਉਹਨਾਂ ਦੇ ਕਦੇ ਕੋਈ ਸੱਟ ਫੇਟ ਲੱਗੀ ਹੈ। ਕਿਸੇ ਕਿਸਮ ਦਾ ਕੋਈ ਬੇਸ ਨਹੀਂ, ਕਿਸੇ ਕਿਸਮ ਦੀ ਕੋਈ ਹਿਸਟਰੀ ਨਹੀਂ, ਕਿਸੇ ਕਿਸਮ ਦਾ ਕੋਈ ਰਿਕਾਰਡ ਨਹੀਂ ਹੈਗਾ। ਬੇਸਲੈਸ ਗੱਲਾਂ ਕਰ ਰਿਹਾ। ਪਰ ਸਾਡਾ ਜਿਹੜੀ ਕਿਸਾਨ ਹੈ ਉਹ ਫਿਰ ਵੀ ਪਿੱਛੇ ਪਿੱਛੇ ਹਟ ਰਹੇ ਨੇ। ਸਿਰਫ ਕਾਹਦੇ ਲਈ? ਆਪਣੀ ਸਟੇਟ ਲਈ, ਆਪਣੇ ਸਟੇਟ ਦੇ ਲੋਕਾਂ ਲਈ ਜਿਹੜੀਆਂ ਕਿਸਾਨ ਧਿਰਾਂ ਹੈਗੀਆਂ ਨੇ। ਤੁਸੀਂ ਅੱਜ ਪੜ੍ਹਿਆ ਹੋਏਗਾ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾਕਟਰ ਆਪਣਾ ਸਵਰਾਜ ਵੀ ਰਾਓ ਹੋਰਾਂ ਨੇ ਇਸ ਅੰਦੋਲਨ ਦੀ ਜਿਹੜੀ ਸਟੇਟਸ ਅੱਜ ਦਾ, ਉਸ 'ਤੇ ਬੜਾ ਸੋਹਣਾ ਲਿਖਿਆ ਹੈਗਾ, ਕਮਾਲ ਦਾ ਲਿਖਿਆ ਹੈਗਾ, ਇੱਕ ਸੇਧ ਦੇਣ ਵਾਲਾ ਲੇਖ ਹੈਗਾ। ਤਾਂ ਇਹਦੇ ਵਿੱਚੋਂ ਕਈ ਗੱਲਾਂ ਸਾਨੂੰ ਉੱਭਰ ਕੇ ਸਾਹਮਣੇ ਵੀ ਆਈਆਂ ਨੇ, ਜਿਹਦਾ ਕਰਕੇ ਸੈਂਟਰ ਡਰਿਆ ਵੀ ਹੋਇਆ ਕਿਸੇ ਨਾ ਕਿਸੇ। ਉਹਨਾਂ ਨੂੰ ਲੱਗਦਾ ਕਿ ਪਹਿਲੀ ਗੱਲ ਤਾਂ ਕਿ ਕਿਸਾਨ ਧਿਰਾਂ ਜਿਹੜੀਆਂ ਇੱਕ ਤਰ੍ਹਾਂ ਦੀਆਂ ਫਟੀਆਂ ਹੋਈਆਂ ਸੀ, ਅਲੱਗ-ਅਲੱਗ ਸੀ ਜਿਹਨਾਂ ਦੇ ਮੂੰਹ, ਉਹ ਇੱਕ ਪਲੇਟਫਾਰਮ 'ਤੇ ਇਕੱਠੀਆਂ ਹੋਈਆਂ। ਇਸ ਦਾ ਬਹੁਤ ਦਰਦ ਹੈਗਾ ਉਹਨਾਂ ਨੂੰ, ਮਤਲਬ ਸੱਟ ਲੱਗੀ ਵੀ ਉਹਨਾਂ ਨੂੰ ਅੰਦਰੋਂ। ਇਸ ਤਰ੍ਹਾਂ ਫਿਰ ਉਹਨੂੰ ਲੱਗਦਾ ਕਿ ਜਿਹੜਾ ਅੰਦੋਲਨ ਹੈ ਉਹ ਬੜਾ ਯੂਨਿਟੀ ਨਾਲ ਲੜਨਾ ਸ਼ੁਰੂ ਕਰ ਦਿੱਤਾ ਹੈਗਾ। ਇੱਕ ਇਕੱਲਾ ਅੰਦੋਲਨ ਨਹੀਂ ਹੈਗਾ, ਇਹ ਸੈਂਟਰ ਨੂੰ ਇੱਕ ਚੈਲੰਜ ਵੀ ਹੈਗਾ। ਔਰ ਜਿਹੜੀ ਸੈਂਟਰ ਗਵਰਨਮੈਂਟ ਇਹ ਮੰਨਦੀ ਹੈਗੀ ਹੈ ਕਿ ਸਾਡਾ ਲਿਆ ਹੋਇਆ ਫੈਸਲਾ ਕੋਈ ਉਲਟਾ ਸਕਦਾ, ਜਿਹਨੇ ਉੱਪਰੋਂ ਥਲੀ ਕਈ ਇਸ ਕਿਸਮ ਦੇ ਫੈਸਲੇ ਲਏ ਨੇ ਜਿਹਦੇ ਕਿਸੇ ਨੇ ਕੋਈ ਕਦੇ ਉਂਗਲ ਨਹੀਂ ਚੱਕੀ ਗਈ, ਤਾਂ ਉਹਦੇ ਉੱਪਰ ਲੱਗਦਾ ਹੈ ਕਿ ਜਿਹੜੀਆਂ ਕਿਸਾਨ ਧਿਰਾਂ ਨੇ ਸਾਨੂੰ ਪੁਆਇੰਟ ਆਊਟ ਕੀਤਾ ਹੈਗਾ, ਉਸ ਗੱਲ ਦਾ ਬਹੁਤ ਉਹਨਾਂ ਨੂੰ ਦੁੱਖ ਲੱਗ ਰਿਹਾ ਹੈਗਾ। ਦੂਸਰਾ ਜਿਹੜਾ ਦੁਸਹਿਰੇ ਤੇ ਹੋਇਆ ਤੁਹਾਡੇ ਸਾਰੇ ਸਾਹਮਣੇ ਹੀ ਹੈਗਾ। ਇੱਕ ਜਿਹੜੀ ਵੱਡੀ ਗੱਲ ਅਤਿਸ਼ ਲੱਗ ਰਹੀ ਹੈ ਉਹ ਇਹ ਵੀ ਹੈਗੀ ਹੈ ਕਿ ਜਿਸ ਤਰ੍ਹਾਂ ਸੈਂਟਰਲਾਈਜੇਸ਼ਨ ਆਫ ਪਾਵਰਸ ਹੋ ਰਹੀ ਸੀਗੀ, ਤਾਂ ਉਸ ਨੂੰ ਵੀ ਇੱਕ ਚੁਣੌਤੀ ਮਿਲੀ ਹੈਗੀ ਹੈ। ਉਹਦਾ ਕਰਕੇ ਵੀ ਜਿਹੜਾ ਇਹ ਹੈਗਾ। ਹੁਣ ਜਿਹੜੀ ਗੱਲ ਤੁਸੀਂ ਕਿਹਾ ਸੀ ਕਿ ਅੱਗੇ ਇਹਦਾ ਕੀ ਹੋਏਗਾ, ਹੁਣ ਦੇਖੋ, ਜੇ ਤਾਂ ਜਿਵੇਂ ਇਹਨਾਂ ਨੇ ਕਿਹਾ ਮੁਸਾਫਰ ਗੱਡੀਆਂ ਖੋਲ੍ਹੋ, ਜੇ ਤਾਂ ਹੁਣ ਕਹਿੰਦੇ ਨੇ ਕਿ ਅਸੀਂ ਖੋਲ੍ਹਦੇ ਹਾਂ, ਤਾਂ ਫਿਰ ਉਹਦੇ ਨਾਲ ਜਿਹੜਾ ਕਿਸਾਨੀ ਅੰਦੋਲਨ ਹੈ ਉਸ ਨੂੰ ਸੱਟ ਵੱਜਦੀ ਹੈ, ਤਾਂ ਪੰਜਾਬ ਤੱਕ ਦੇ ਝੁਕਣ ਲਈ ਜਾਣਾ ਹੀ ਨਹੀਂ ਹੈਗਾ। ਦੇਖੋ, ਇੱਕ ਟੇਬਲ ਟਾਕ ਹੁੰਦੀ ਹੈ, ਉਸ 'ਤੇ ਗੱਲ ਚੱਲਦੀ ਹੈ। ਤੁਸੀਂ ਇੱਕ ਜੈਸਚਰ ਤਾਂ ਦੇਖੋ, ਤੁਸੀਂ ਮਾਲ ਗੱਡੀਆਂ ਚਲਾਓ ਹਜੇ, ਬਿਲਕੁਲ, ਫਿਰ ਅੱਗੇ ਵੀ ਕੋਈ ਰਸਤੇ ਇਸ ਕਿਸਮ ਦੇ ਨਿਕਲ ਆਉਣਗੇ। ਤਾਂ ਮੈਨੂੰ ਲੱਗਦਾ ਕਿ ਇਹ ਟਸਲ ਹੈ ਜਿਹੜੀ ਹਜੇ ਥੋੜ੍ਹੀ ਚੱਲੇਗੀ ਕੁਛ ਦਿਨ ਹੋਰ। ਚਰਨਜੀਤ ਜੀ, ਇਹ ਕਿਸਾਨ ਅੰਦੋਲਨ ਦੇ ਵਿੱਚ ਇੱਕ ਤਰ੍ਹਾਂ ਦਾ ਡੈਡਲੌਕ ਜਿਹੜਾ ਹੈਗਾ ਹੁਣ ਬਣਨ ਲੱਗਿਆ ਹੋਇਆ। ਇਸ ਸਭ ਦੇ ਵਿੱਚ ਪੰਜਾਬ ਸਰਕਾਰ ਦੀ ਭੂਮਿਕਾ ਕਿਸ ਤਰ੍ਹਾਂ ਦੀ ਰਹਿ ਰਹੀ ਹੈ? ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਵੀ ਕਿ ਇਹਦਾ ਕੋਈ ਹੱਲ ਵੀ ਹੋ ਸਕਦਾ ਸੀਗਾ ਜੇ ਪੰਜਾਬ ਸਰਕਾਰ ਚਾਹੁੰਦੀ ਤਾਂ? ਦੇਖੋ, ਜਿਸ ਤਰ੍ਹਾਂ ਹੋਮ ਮਿਨਿਸਟਰ ਨੇ ਕਿਹਾ ਹੈਗਾ, ਕੱਲ੍ਹ ਮੀਟਿੰਗ ਉੱਥੇ MPs ਨੇ ਕੀਤੀ ਹੈਗੀ, ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਇੱਕ ਸੈਂਟਰ ਔਰ ਸਟੇਟ ਬੇਸਡ ਜਿਹੜੀ ਕੋਆਰਡੀਨੇਸ਼ਨ ਜਿਹੜੀ ਕਮੇਟੀ ਹੈ ਉਹ ਬਣਾ ਦਿੰਦੇ ਹਾਂ, ਜਾਂ ਉਹਨਾਂ ਨੇ ਇਸ਼ਾਰਾ ਕੀਤਾ ਕਿ ਜਿਹੜੇ ਚੀਫ ਮਿਨਿਸਟਰ ਹੈ ਉਹ ਰੇਲਵੇ ਮਿਨਿਸਟਰ ਨੂੰ ਮਿਲਣ। ਚਲੋ, ਘੱਟੋ ਘੱਟ ਇੱਕ ਗੱਲ ਤਾਂ ਹੋਈ ਕਿ ਜਿਹੜਾ ਬਿਲਕੁਲ ਇੱਕ ਡੈਡਲੌਕ ਬਣਿਆ ਹੋਇਆ ਸੀਗਾ ਗੱਲਬਾਤ ਦਾ, ਉਹ ਗੱਲਬਾਤ ਦੀ ਰਸਤਾ ਤਾਂ ਖੁੱਲ੍ਹਿਆ ਇੱਕ ਤਰ੍ਹਾਂ ਦਾ, ਗੱਲਬਾਤ ਤਾਂ ਤੁਰੀ ਹੈਗੀ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋ ਸਕਦਾ ਹੈ ਕਿ ਸਟੇਟ ਗੌਰਮੈਂਟ ਆਪਣੇ ਪੱਧਰ 'ਤੇ ਇਸ ਦਾ ਕੋਈ ਹੱਲ ਕਰੇ ਗੱਲਬਾਤ ਰਾਹੀਂ ਵੀ। ਅਤੇ ਨਾਲ ਜਿਹੜਾ ਜਿਵੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੈ, ਉਹਨਾਂ ਨੇ ਕਿਹਾ ਕਿ ਦੀਵਾਲੀ ਤੋਂ ਬਾਅਦ ਅਸੀਂ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਲੜੀਵਾਰ ਆ ਜਿਹੜਾ ਉਹ ਧਰਨਾ ਵੀ ਸ਼ੁਰੂ ਕਰਾਂਗੇ। ਅਤੇ ਮੈਨੂੰ ਪਤਾ ਲੱਗਿਆ ਕਿ ਹਰੀਸ਼ ਰਾਵਤ ਹੋਰੀ ਵੀ ਪੰਜਾਬ ਆ ਰਹੇ ਨੇ, ਅਤੇ ਉਹ ਵੀ ਮੈਨੂੰ ਲੱਗਦਾ ਸੋਮਵਾਰ ਤੋਂ ਪੰਜਾਬ ਦੇ ਵਿੱਚ ਕੋਈ ਟਰੈਕਟਰ ਮਾਰਚ ਵਗੈਰਾ ਪਲਾਨ ਕਰ ਰਹੇ ਨੇ। ਅਤੇ ਉਹ ਨਾਲ ਦਬਾਅ ਵਾਲੀ ਨੀਤੀ ਵੀ ਪੋਲੀਟੀਕਲੀ ਰੱਖੀ ਜਾਏਗੀ ਸਟੇਟ ਗੌਰਮੈਂਟ ਬੰਨਿਓ, ਅਤੇ ਪਲੱਸ ਜਿਹੜੀ ਗੱਲਬਾਤ ਵਾਲਾ ਰਾਹ ਖੁੱਲ੍ਹਿਆ ਉਹ ਵੀ ਹੋਏਗਾ। ਪਰ ਮੈਨੂੰ ਇੱਕ ਲੱਗਦਾ ਆਤਿਸ਼ ਕਿ ਸਟੇਟ ਗੌਰਮੈਂਟ ਨੂੰ ਨਾ ਇੱਕ ਜਿਹੜਾ ਵੱਡਾ ਪਲੇ ਕਰਨਾ ਚਾਹੀਦਾ ਹੈ ਕਿ ਟੋਟਲੀ ਸਾਨੂੰ ਸੈਂਟਰ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ, ਸਾਨੂੰ ਅਲਟਰਨੇਟਿਵ ਵੀ ਦੇਖਣੇ ਚਾਹੀਦੇ ਆ। ਅੱਜ ਦੀ ਘੜੀ ਪੰਜਾਬ ਦੇ ਵਿੱਚ ਜਿਹੜਾ ਯੂਰੀਆ ਹੈ ਉਹ 10 ਲੱਖ ਟਨ ਦੀ ਕਮੀ ਹੈ। ਸਾਡੇ ਕੋਲ ਸਿਰਫ ਇੱਕ ਨੰਗਲ ਯੂਨਿਟ ਹੈਗਾ NFL ਦਾ, ਇੱਕ ਸਾਡੇ ਕੋਲ ਬਠਿੰਡੇ ਦੇ ਵਿੱਚ ਹੈਗਾ, ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੈ ਪਰ ਮੰਥ ਉਹ 1 ਲੱਖ ਟਨ ਦੀ ਹੈਗੀ ਹੈ। ਅਤੇ ਸਾਡੇ ਜਿਹੜੀ ਡਿਮਾਂਡ ਹੈ ਇਸ ਵੇਲੇ ਯੂਰੀਏ ਦੀ ਉਹ 15-16 ਲੱਖ ਟਨ ਦੀ ਡਿਮਾਂਡ ਹੈਗੀ ਹੈ। ਤਾਂ ਅਲਟਰਨੇਟਿਵ ਇੱਕ ਇਹ ਦੇਖੇ ਜਾ ਸਕਦੇ ਹੈਗੇ ਨੇ ਕਿ ਜਿਸ ਤਰ੍ਹਾਂ DAP ਬਾਈ ਰੋਡ ਕੰਪਨੀਆਂ ਲੈ ਕੇ ਆਈਆਂ ਨੇ, ਹਾਲਾਂਕਿ 50,000 ਟਨ ਅਜੇ ਵੀ DAP ਦੀ ਸ਼ਾਰਟੇਜ ਹੈ ਪੰਜਾਬ ਦੇ ਵਿੱਚ। ਤਾਂ ਮੇਰੀ ਕੁਛ ਕੰਪਨੀਆਂ ਨਾਲ ਗੱਲ ਵੀ ਹੋਈ ਹੈ, ਜਾਂ ਮੈਨੂੰ ਲੱਗਿਆ ਉਹਨਾਂ ਨੇ, ਜਦੋਂ ਮੈਂ ਬਦਲ ਬਾਰੇ ਪੁੱਛਿਆ ਕੀ ਹੋ ਸਕਦਾ, ਕਿਉਂਕਿ ਯੂਰੀਆ ਦੇ ਉੱਪਰ ਕੋਈ ਕਿਉਂਕਿ ਸਬਸਿਡੀ ਵਾਲੀ ਆਈਟਮ ਹੈਗੀ ਹੈ ਅਤੇ ਸਰਕਾਰ ਬੰਨੀ ਉਹਦਾ ਰੇਟ ਹੈ ਜਿਹੜਾ ਤੈਅ ਹੈਗਾ, ਤਾਂ ਉਹ ਇਹ ਕਰ ਸਕਦੇ ਕਿ ਹਰਿਆਣੇ ਵਿੱਚ ਦੀ ਜਿਹੜਾ ਯੂਰੀਆ ਆ ਸਕਦਾ, ਜਿਹੜਾ ਸੜਕੀ ਰਸਤੇ ਅੱਗੇ ਆਉਣਾ ਹੈਗਾ ਉਹ ਤਾਂ ਸਰਕਾਰ ਪੇ ਕਰ ਸਕਦੀ ਹੈ। ਅਲਟਰਨੇਟਿਵ ਤਕਰੀਬਨ 50-60 ਕਰੋੜ ਰੁਪਈਆ ਸਰਕਾਰ ਨੂੰ ਚਾਹੀਦਾ ਅਗਰ ਯੂਰੀਏ ਦੀ ਡਿਮਾਂਡ ਪੰਜਾਬ ਦੇ ਵਿੱਚ ਕਿਸਾਨਾਂ ਦੀ ਪੂਰੀ ਕਰਨੀ ਹੈ। ਇਹ ਇੱਕ ਅਲਟਰਨੇਟਿਵ ਲਿਆ ਜਾ ਸਕਦਾ ਹੈ
ਇਨ ਕੇਸ ਜੇ ਅਗਰ ਕਿਸੇ ਕਿਸਮ ਦੀ ਕੋਈ ਨੌਬਤ ਬਣਦੀ ਹੈਗੀ ਆ। ਇਸ ਤਰ੍ਹਾਂ ਬਿਜਲੀ ਵਾਲਾ ਜਿਹੜਾ ਕੋਲੇ ਦਾ ਸੰਕਟ ਸੀਗਾ ਉਹ ਵੀ ਨੈਸ਼ਨਲ ਗ੍ਰਿਡ ਦੇ ਵਿੱਚੋਂ ਅਸੀਂ ਨਜਿੱਠ ਸਕਦੇ ਹਾਂ, ਕਿਉਂਕਿ ਸਾਡੀ ਡਿਮਾਂਡ ਇਸ ਵੇਲੇ ਨਾ ਅਤਿਸ਼ੀ ਕਾਫੀ ਘੱਟ ਹੈਗੀ ਹੈ। 3500 3300 ਰਾਤ ਦੀ ਡਿਮਾਂਡ 3000 ਤੱਕ ਹੋਰ ਘਟ ਜਾਣੀ ਹੈਗੀ ਜਦੋਂ ਸਰਦੀਆਂ ਆ ਜਾਣੀਆਂ ਹੈਗੀਆਂ ਨੇ, ਉਹ ਗੂੜੀਆਂ ਆ ਜਾਣੀਆਂ, ਤੇ ਉਹ ਨੈਸ਼ਨਲ ਗ੍ਰਿਡ ਤੋਂ ਅਸੀਂ ਬਿਜਲੀ ਸਸਤੀ ਖਰੀਦ ਸਕਦੇ ਹਾਂ। ਤਾਂ ਅਸੀਂ ਇੱਕ ਐਨਾਲਾਈਜ਼ ਕੀਤਾ ਸੀ ਡਾਟੇ ਨੂੰ ਕਿ ਜੇ ਸੈਂਟਰ ਗਵਰਨਮੈਂਟ ਸਾਨੂੰ ਮੈਕਸਿਮਮ ਰੇਟ ਤੇ ਵੀ ਬਿਜਲੀ ਦਿੰਦਾ ਹੈਗਾ, ਮੰਨ ਲਓ 4 ਰੁਪਏ ਦਿੰਦਾ, ਸਾਡੇ ਸਾਰੇ 3 ਰੁਪਏ 60 ਪੈਸੇ ਮੈਕਸਿਮਮ ਦਿੰਦਾ ਹੈ, ਤਾਂ 80 ਪੈਸੇ ਆਪਣੀ ਅਸੀਂ ਕਾਸਟ ਵੀ ਪਾ ਲਈਏ, ਉਹਦੇ ਵਿੱਚ ਐਡ ਕਰ ਲਈਏ, ਤਾਂ ਸਾਨੂੰ 4 ਰੁਪਏ 40 ਪੈਸੇ ਮਿਲਦੀ ਹੈ। ਅਸੀਂ ਜਿਹੜੀ ਕੰਜ਼ਿਊਮਰ ਨੂੰ ਦਿੰਦੇ ਹਾਂ ਬਾਕੀ ਲੋਸਿਸ ਵਿੱਚ ਟੈਕਨੀਕਲ ਜਿਹੜੇ ਖਰਚੇ ਆ ਉਹ ਵੀ ਪਾ ਕੇ, ਤਾਂ ਅਸੀਂ ਫਿਰ ਵੀ 1 ਰੁਪਿਆ ਡੋਮੈਸਟਿਕ ਤੋਂ ਕਮਾ ਸਕਦੇ ਹਾਂ। ਤਾਂ ਸਾਡੀ ਪਾਵਰਕੌਮ ਦੀ ਹਾਲਤ ਵੀ ਠੀਕ ਰਹਿ ਸਕਦੀ ਹੈਗੀ ਹੈ, ਸਾਨੂੰ ਪਾਵਰ ਕੱਟ ਵੀ ਨਹੀਂ ਲਾਉਣੇ ਪੈਣਗੇ, ਤੇ ਸਾਡੀ ਜਿਹੜੀ ਡਿਮਾਂਡ ਹੈ ਉਹ ਵੀ ਪੂਰੀ ਹੋ ਸਕਦੀ ਹੈ। ਤੇ ਰਹੀ ਗੱਲ ਅਨਾਜ ਦੀ ਕਿ ਵੱਡਾ ਸਟੇਟ ਗਵਰਨਮੈਂਟ ਕਹਿ ਰਹੀ ਹੈ ਕਿ ਸਾਡਾ ਅਨਾਜ ਹੈ ਜਿਹੜਾ ਉਹਦੀ ਮੂਵਮੈਂਟ ਨਹੀਂ ਹੋਣੀ, ਅਸੀਂ ਅਗਲਾ ਅਨਾਜ, ਸੈਂਟਰ ਦੀ ਵੀ ਲੋੜ ਹੈਗੀ ਇਸ ਗੱਲ ਦੀ, ਕਿਉਂਕਿ ਸੈਂਟਰ ਜਿਸ ਤਰ੍ਹਾਂ ਹੁਣ ਸਰਕਾਰੀ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਆਪਾਂ ਨੂੰ, ਪੈਡੀ ਦਾ ਦੇਖ ਰਹੇ ਹਾਂ ਆਪਾਂ, ਦਿੱਕਤ ਨਹੀਂ ਹੈ ਉਹ ਇਸ ਕਰਕੇ ਕਿ ਸੈਂਟਰ ਇਹ ਨਹੀਂ ਦੱਸਣਾ ਚਾਹੁੰਦਾ ਕਿ ਕਿਸਾਨ ਨੂੰ ਕੋਈ ਦਿੱਕਤ ਆਵੇ, ਉਹਦੇ ਕਾਨੂੰਨਾਂ ਤੇ ਕੋਈ ਉਂਗਲ ਉੱਠੇ। ਤਾਂ ਇਹ ਲੋੜ ਉਹਨਾਂ ਦੀ ਵੀ ਹੈ ਨਹੀਂ ਹੈ ਕਿ ਪੰਜਾਬ ਦੇ ਜਿਹੜੇ ਗੋਦਾਮ ਖਾਲੀ ਕਰਨੇ ਆ। ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਕਰੂਸ਼ਲ ਟਾਈਮ ਹੈਗੇ ਆ। ਸੈਂਟਰ ਦੀ ਭੂਮਿਕਾ ਵੀ ਹੋਰ ਤਰੀਕੇ ਨਾਲ ਦੇਖੀ ਜਾਣੀ ਹੈਗੀ ਹੈ। ਇਹ ਤੋਂ ਬਿਨਾਂ ਸੈਂਟਰ ਸਟੇਟ ਜਿਹੜੇ ਰਿਲੇਸ਼ਨਸ ਹੈ, ਜਿਹੜੀ ਉਹਨਾਂ ਦੀ ਇਬਾਰਤ ਵੀ ਇੱਕ ਨਵੇਂ ਸਿਰਿਓਂ ਲਿਖਣੀ ਸ਼ੁਰੂ ਹੋ ਗਈ ਹੈ ਕਿ ਪੰਜਾਬ ਨੇ ਜਿਹੜੀ ਇੱਕ ਤਰ੍ਹਾਂ ਦੀ ਚੰਗਿਆੜੀ ਇਸ ਗੱਲ ਨੂੰ ਵੀ ਲਾਈ ਹੈ, ਸਟੇਟਾਂ ਨੂੰ ਜਗਾਇਆ ਹੋਇਆ। ਇਹ ਕੁਛ ਗੱਲਾਂ ਨੂੰ ਲੈ ਕੇ ਸੈਂਟਰ ਹੈ ਜਿਹੜਾ ਉਹ ਅੰਦਰੋਂ ਅੰਦਰੀ ਖਫਾ ਵੀ ਹੈ। ਤਾਂ ਆਉਣ ਵਾਲੇ ਦਿਨ ਬੜੇ ਇੰਪੋਰਟੈਂਟ ਨੇ, ਜਿਹਦੇ ਵਿੱਚ ਇਹ ਟਸਲ ਜਿਹੜੀ ਬਣੀ ਹੈ ਮੁਸਾਫਰ ਗੱਡੀਆਂ ਵਾਲਾ ਅੜੀ ਲੈ ਕੇ ਚੱਲੀ ਹੈ ਸੈਂਟਰ, ਤਾਂ ਇਹ ਟਸਲ ਕੁਛ ਦਿਨ ਚੱਲੇਗੀ, ਫਿਰ ਹੀ ਕੋਈ ਇਹਦੇ ਵਿੱਚੋਂ ਕੋਈ ਵੇ ਆਊਟ ਨਿਕਲੇਗਾ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।